ਆਓ ਸੁਣੀਏ ਕਿਰਪਾਲ ਕਜ਼ਾਕ ਦੀ ਕਹਾਣੀ ਉਡੀਕ। ਮੌਤ ਗੁਰੂ ਦੇ ਇਰਦ ਗਿਰਦ ਸੀ, ਪਰ ਦਿਸ ਨਹੀਂ ਸੀ ਰਹੀ। ਟੱਬਰ ਉਸ ਘੜੀ ਨੂੰ ਸਹਿਕ ਰਿਹਾ ਸੀ। ਘਰ ਦੇ ਸਾਰੇ ਕੰਮਕਾਜ ਅਟਕੇ ਪਏ ਸਨ। ਹਰ ਕੋਈ ਸਾਹ ਸੂਤੀ ਖੜਾ ਸੀ। ਮਰਨਾ ਕਿਨੇ ਨਹੀਂ, ਵਕਤ ਆ ਗਿਆ ਤਾਂ ਬੰਦਾ ਤੁਰਦਾ ਹੋਵੇ। ਉਡੀਕ ਕਾਦੀ? ਚੁਟਕੀ ਚ ਫੁੜਕਦਾ ਕੋਈ ਕਰਮਾਂ ਵਾਲਾ। ਰੀਂਗ ਕੇ ਮਰਨਾ ਕੋਈ ਮਰਨਾ ਹੈ। ਖਬਰ ਲੈਣ ਆਏ ਗੱਲਾਂ ਕਰਦੇ। ਮਰੀ ਤਾਂ ਕੇਸਰੋਂ ਦੇਵਤਿਆਂ ਦੀ ਮੌਤ, ਜਾਂ ਕੰਬੋਆ ਕਾ ਸੁੰਦਰ ਸੌ। ਇੱਕ ਰਾਤ ਟੱਬਰ ਉਠਾਇਆ, ਹੱਥ ਜੋੜੇ, ਚੰਗਾ ਭਾਈ ਸਭ ਨੂੰ ਸਤਿ ਸ੍ਰੀ ਅਕਾਲ। ਨਦੀ ਨਾਮ ਸੰਜੋਗੀ ਮੇਲੇ। ਟੱਬਰ ਕਿਹਾ, ਦੇਖ ਕੀ ਝੱਲ ਖਲਾਰਦੀ ਏ ਅੱਧੀ ਰਾਤ। ਸਵੇਰੇ ਉੱਠੇ ਤਾਂ ਦੇਖਣ, ਉੱਡ ਗਿਆ ਭੌਰ ਤੇ ਸੁੰਦਰ ਸਿਉ ਰੱਜ ਕੇ ਕੁੱਤਾ ਬੰਦਾ। ਬਾਹਰੋਂ ਆਇਆ, ਬਹੂ ਨੂੰ ਕਹਿੰਦਾ, ਪੁੱਤ ਕੜਾਹ ਮਿਲੂ ਭੋਰਾ। ਬਹੂ ਨੇ ਕਿਹਾ, ਨਾ ਤਿੱਥ ਨਾ ਤਿਉਹਾਰ, ਬਾਪੂ ਜੀ ਕਮਲੇ ਤਾਂ ਨਹੀਂ ਹੋ ਗਏ। ਕਹਿੰਦਾ, ਚਲੋ ਫਿਰ ਮਰੇ ਤੇ ਹੀ ਖਾ ਲਿਓ। ਉਹ ਗੱਲ ਹੋਈ। ਵੱਡਾ ਕੀਤਾ, ਪੂਰੀ ਬਰਾਦਰੀ ਨੇ ਛਕਿਆ। ਸੌਰੀਏ ਕੁਣਕਾ ਹੀ ਸਹੀ, ਸੁਤਾ ਤਾਂ ਨਾ ਭਟਕਣ ਦਿੰਦੀ ਵਿਚਾਰੇ ਦੀ। ਲੋਕ ਕਹਾਣੀਆਂ ਛੋ ਲੈਂਦੇ। ਸੁੱਚਾ ਸਿਆਂ 100 ਨੂੰ ਤਾਂ ਟੱਪ ਗਈ ਹੋਊ ਬੇਬੇ। ਕੋਈ ਪੁੱਛਦਾ, ਕਾਨੂੰ ਪਲੇਗ ਪੈਣ ਵੇਲੇ ਦੀ ਐ, ਸਾਲ ਤਾਂ ਪਤਾ ਨਹੀਂ। ਸੁੱਚਾ ਸਿਉ ਨੂੰ ਵੀ ਮਾਂ ਨੇ ਹੀ ਦੱਸਿਆ ਸੀ। ਉਸ ਸਾਲ ਚੂਹੀਆਂ ਤੋਂ ਪਈ ਬਿਮਾਰੀ, ਬੰਦਾ ਤੁਰਿਆ ਜਾਂਦਾ ਮੁੱਕ ਜਾਂਦਾ। ਮੈਨੂੰ ਨਕਰਮੀ ਨੂੰ ਰੱਬ ਰੱਖ ਲਿਆ, ਤਾਂ ਹੀ ਤਾਂ ਨਾ ਪਿਆ ਗੁਰਾਂ ਦੇ ਹੀ। ਰੱਬ ਦੇ ਰੱਖ ਲੈਣ ਵਾਲੀ ਗੱਲ ਸੱਚੀ ਸੀ। ਗੁਰਾਂ ਨੂੰ ਹਰ ਦਿਨ ਨਵਾਂ ਵਾਰ ਆਇਆ। ਜਵਾਨ ਹੋਈ, ਉੱਚਾ ਲੰਮਾ ਕੱਦ, ਭਰਵੀਂ ਡੀਲ ਡੌਲ, ਲਹਿਣਾ ਸੌ ਨਾਲ ਵਿਆਹੀ ਗਈ। 12 ਵਿੱਚ ਮੁਰੱਬੇ ਅਲਾਟ ਹੋਏ ਤਾਂ ਸਾਂਦਲ ਬਾਹਰ ਜਾ ਕੇ ਵਸ ਗਏ। ਜੜ੍ਹਾਂ ਵੀ ਨਹੀਂ ਸੀ ਲੱਗੀਆਂ ਕਿ ਹੱਲੇ ਪੈ ਗਏ। ਹੱਲੇ ਕੀ ਪਏ, ਪਰਲੋ ਆ ਗਈ। ਪਤੀ ਤੇ ਮਾਪੇ ਹੱਲੇ ਨਿਕਲ ਗਏ। 2 ਪੁੱਤਾਂ ਨੂੰ ਖੰਭਾਂ ਹੇਠ ਲਈ ਇੱਧਰ ਆ ਗਈ। ਇਕੱਲੀ ਕਾਰੀ ਤੀਵੀਂ ਤੇ ਹੋਣੀ ਨਾਲ ਮੱਥਾ। 2 ਪੁੱਤਾਂ ਨਾਲ ਲੱਕ ਬੰਨ ਲਿਆ ਗੁਰਾਂ ਦੇਈ। ਉਹ ਦਿਨ ਯਾਦ ਕਰਦਿਆਂ ਅੱਜ ਵੀ ਸੁੱਚਾ ਤੇ ਨੰਜਾ ਅੱਖਾਂ ਭਰ ਲੈਂਦੇ। ਬੇਬੇ ਕਿਵੇਂ ਸ਼ਰੀਕਾਂ ਹੇਠੋਂ ਸਿਆੜ ਕਢਾਏ। ਦਿਨ ਰਾਤ ਇੱਕ ਕੀਤਾ, ਮੁੜਕਾ ਡੋਲਿਆ, ਰਫਲ ਲਈ, ਪੰਚਾਇਤਾਂ ਵਿੱਚ ਬੈਠੀ, ਠਾਣੇ ਠਪਾਣੇ ਗਈ, ਸ਼ਰਾਬ ਕੱਢੀ ਪਿਆਈ, ਵੇਚੀ, ਹਿੱਕ ਠੋਕ ਕੇ ਜਬਾ ਕਾਇਮ ਕੀਤਾ। ਪੁੱਤ ਵਿਆਹੇ, ਸੁੱਚੇ ਲਈ ਚੱਠਿਆਂ ਤੋਂ ਚਿੰਤਕੌਰ ਤੇ ਨੰਜੇ ਲਈ ਵਿਰਕਾਂ ਦੀ ਰਾਜਵੰਤ ਵਿਆਹ ਕੇ ਲਿਆਂਦੀ। ਪੁੱਤਾਂ ਨੂੰਹਾਂ ਵੀ ਰੱਖ ਵਿਖਾਈ। ਸੁੱਚੇ ਵਾਹੀ ਓਟ ਲਈ, ਨੰਜੇ ਆੜਤ। ਦੌਲਤ ਪੈਰਾਂ ਨਾਲ ਆਈ, ਵੇਲ ਵਧੀ। ਅੱਜ ਸੁੱਚੇ ਦੇ ਨੀਤੂ ਤੇ ਗੁੱਲੂ ਸਨ, ਨੰਜੇ ਦੀਆਂ ਲਾਲੀ ਤੇ ਰਿੰਪੀ ਧੀਆਂ ਤੇ ਪੁੱਤ ਬੱਬੂ ਸਭ ਕਾਲਜਾਂ ਵਿੱਚ ਪੜ੍ਹਦੇ। ਪੁੱਜਦਾ ਘਰ, ਕੋਈ ਚਿੜੀਆਂ ਦਾ ਦੁੱਧ ਮੰਗਦਾ ਹਾਜ਼ਰ ਕਰਨ ਦੇ ਸਮਰੱਥ। ਅਚਾਨਕ ਗੁਰਾਂ ਦੇਈ ਦੀ ਲਟਕੀ ਮੌਤ ਨੇ ਸਭ ਜੜ ਕਰਕੇ ਰੱਖ ਦਿੱਤਾ। ਹਵਾ, ਸਾਹ, ਧੜਕਨ ਗੁਰੂ ਦਾ ਨਹੀਂ, ਟੱਬਰ ਦਾ ਰੁਕਿਆ ਖੜਾ ਸੀ। ਉੱਚੀ ਹੱਸਣਾ ਨਹੀਂ, ਕੀ ਪਤਾ ਕਦੋਂ ਕੋਈ ਖਬਰ ਲੈਣ ਆ ਜਾਵੇ। ਆਏ ਨੂੰ ਉਦਾਸ ਮਿਲੋ, ਹੌਕਾ ਲਵੋ, ਹੌਲੀ ਬੋਲੋ। ਕਹਾਣੀਆਂ ਸ਼ੁਰੂ। ਕਦੋਂ ਬੋਲੀ, ਕੀ ਖਾਧਾ, ਕਦੋਂ ਖਾਧਾ, ਪਛਾਣਦੀ ਹੈ ਕਿ ਨਹੀਂ, ਹੱਥ ਪੈਰ ਕਿਵੇਂ ਨੇ, ਠੰਡੇ ਕਿ ਗਰਮ, ਦਵਾ ਦਾਰੂ ਚੱਲਦਾ ਕਿ ਬੰਦ, ਆਪ ਦੀ ਕਿਰਿਆ ਕਟਾਉਂਦੀ ਹੈ ਕਿ ਨਹੀਂ, ਜੇ ਨਹੀਂ ਤਾਂ ਕੌਣ ਕਰਦਾ ਸੇਵਾ, ਚਿੰਤਕੌਰ ਜਾਂ ਰਾਜਵੰਤ। ਨਸੀਹਤਾਂ ਦਾ ਮੀਂਹ ਵਰਦਾ। ਮਰਦੇ ਦੀ ਸੇਵਾ ਤੁਰੰਤ ਮਿਲਦਾ ਮੇਵਾ ਭਾਈ। ਗੰਗਾ ਜਲ ਮੰਗਵਾ ਲਿਆ, ਤੁਰੰਤ ਨਹੀਂ ਲੱਭਦਾ ਕੁਝ। ਗੁਟਕੇ ਮੰਗਵਾਓ 5-7। ਜਿਵੇਂ ਕੋਰੜੂ ਵੱਜੇ ਬਾਣੀ ਪੜੋ ਕੰਨਾਂ 'ਚ। ਭੁੱਲ ਕੇ ਸਰਾਣੇ ਨਾ ਖੜੋ, ਮਰਦੇ ਦੀ ਸੁਤਾ ਆ ਜਾਂਦੀ ਹੈ ਖੜੇ ਬੰਦੇ 'ਚ। ਮੌਤ ਲਟਕ ਗਈ ਤਾਂ ਨਸੀਹਤਾਂ ਬਦਲੀਆਂ। ਚਾਕੂ ਛੁਰੀ ਤਾਂ ਨਹੀਂ ਪਏ ਮੰਜੇ ਤੇ, ਲੋਹੇ ਤੋਂ ਬਹੁਤ ਡਰਦੇ ਆ ਫਰਿਸ਼ਤੇ। ਐਵੇਂ ਲਟਕਿਆ ਰਹਿੰਦਾ ਹੈ ਬੰਦਾ। ਕਿਸੇ ਨੂੰ ਮਿਲਣ ਦੀ ਭਾਖਿਆ ਤਾਂ ਨਹੀਂ ਕੱਢੀ ਮੂੰਹੋਂ। ਕੱਢੀ ਐ ਤਾਂ ਤੁਰੰਤ ਬੁਲਾਓ ਬੰਦਾ। ਇਹੋ ਜਿਹੇ ਦੀ ਆਵਾਜ਼ ਕੰਨੀ ਪਈ ਨਹੀਂ ਤੇ ਜਾਨ ਨਿਕਲੀ ਨਹੀਂ। ਬੂਹੇ ਨਾ ਬੰਦ ਕਰਿਓ ਭੁੱਲ ਕੇ ਵੀ।
ਦੂ ਦੂ ਆਉਂਦੇ ਐ ਜਮਦੂਤ। ਜਿੰਨੇ ਮੂੰਹ ਓਨੀਆਂ ਗੱਲਾਂ, ਸੁਣ ਸੁਣ ਟੱਬਰ ਕੰਬਦਾ। ਪੁੱਤਰ ਬਾਹਰ ਗਏ ਬਿੰਦੇ ਬਿੰਦੇ ਗੇੜਾ ਮਾਰਦੇ, ਨਾ ਜਾਣੀਏ ਕਦ ਲੋੜ ਪੈ ਜਾਵੇ। ਨੰਜੇ ਯੂਪੀ ਤੋਂ ਬੀ ਲੈਣ ਜਾਣਾ ਸੀ, ਸੁੱਚੇ ਨੀਤੂ ਦਾ ਸਾਹ ਕਢਾਉਣਾ ਸੀ, ਨਹੀਂ ਗਏ। ਟੱਬਰ ਸੁੱਤਾ ਪਿਆ ਵੀ ਜਾਗਦਾ ਰਹਿੰਦਾ, ਨੂੰਹਾਂ ਤਾਂ ਜਾਗਣ ਦੀ ਵਾਰੀ ਬੰਨ੍ਹ ਲਈ। ਮੌਤ ਸੀ ਕਿ ਦਸਤਕ ਹੀ ਨਹੀਂ ਸੀ ਦੇ ਰਹੀ। ਸਭ ਤੋਂ ਵੱਡੀ ਚਿੰਤਾ ਗੁਰੂ ਦੇ ਹਾਲ ਪਾਰਿਆ ਨਾ ਕਰਨ ਦੀ ਸੀ। ਗੁੰਮਸੁੰਮ ਪਈ ਸੀ। ਕਦੇ ਹਾਜਤ ਵੇਲੇ ਅੱਖ ਪੱਟਦੀ, ਸਹਾਰੇ ਨਾਲ ਬੈਠਦੀ, ਅੱਖਾਂ ਦੇ ਡੂੰਘੇ ਕੋਹਿਆਂ ਵਿੱਚੋਂ ਗਰਕੀ ਵੱਲ ਝਾਕਦੀ, ਮਦਦ ਨਾਲ ਕਿਰਿਆ ਸਾਧਦੀ ਤੇ ਮੰਜੀ ਤੇ ਪੈਂਦੀ ਗੁੰਮ। ਕੋਈ 2 ਚਮਚ ਦਲੀਆ ਅੰਦਰ ਲੰਘਾਉਂਦਾ ਤਾਂ ਨਿਗਲਦੀ, ਨਹੀਂ ਦਾਣਾ ਪਾਣੀ ਖਤਮ। ਡਰ ਉਦੋਂ ਲੱਗਦਾ ਜਦੋਂ ਅੱਖਾਂ ਦੇ ਡੂੰਘੇ ਕੋਹਿਆਂ ਵਿੱਚੋਂ ਅਪਲਕ ਝਾਕਦੀ, ਲਗਾਤਾਰ ਸੂਏ ਚੁੱਭਣ ਲੱਗਦੇ, ਅੱਖਾਂ ਸੁੰਗੜਦੀਆਂ ਤਾਂ ਲੱਗਦਾ ਗਈ। ਅਚਾਨਕ ਹੱਥ ਕੰਬਦੇ, ਬੁੱਲ ਫਰਕਦੇ, ਬੁੱਲਾਂ ਵਿੱਚ ਤੜਫਦੇ ਬੋਲ, ਪਹਿਲਾਂ ਸਹਿਕਦੇ ਫਿਰ ਮਰਦੇ, ਹਿਰਦੇ ਵਾਢ ਪਾਉਂਦੇ। ਇਹ ਉਹ ਗੁਰੂ ਸੀ ਜਿਹਦੇ ਬੋਲ ਮਿਰਦੰਗ ਵਾਂਗ ਗੂੰਜਦੇ ਸਨ। ਟੱਬਰ ਜਾਚੇ ਇਹਦੀ ਉਹ ਆਪ ਜ਼ਿੰਮੇਵਾਰ ਸੀ। ਸਭ ਨੇ ਹੱਥ ਜੋੜੇ, ਤਰਲੇ ਲਏ, ਮਿੰਨਤਾਂ ਕੀਤੀਆਂ, ਵਾਸਤੇ ਦਿੱਤੇ ਬਈ ਰੱਬ ਦਾ ਵਾਸਤਾ, ਜਦ 20 ਸਾਲਾਂ ਤੋਂ ਪੁੱਤਾਂ ਘਰ ਦਾ ਸੀਧਾ ਚੱਕ ਲਿਆ ਤਾਂ ਨਿੱਕੀ ਨਿੱਕੀ ਗੱਲ ਵਿੱਚ ਦਖਲ ਅੰਦਾਜ਼ੀ ਕਿਉਂ? ਜ਼ਮਾਨਾ ਬਦਲ ਗਿਆ, ਉਮਰ 90 ਨੂੰ ਜਾ ਟੁੱਕੀ। ਹੁਣ ਡੰਗੋਰੀ ਫੜੋ ਤੇ ਅਗਲਿਆਂ ਨਾਲ ਕਰੋ ਗੱਲਾਂ, ਛੱਡੋ ਮੋਹ ਮਾਇਆ। ਪਰ ਬੇਬੇ ਡੰਗੋਰੀ ਫੜਨ ਲਈ ਤਿਆਰ ਹੀ ਨਹੀਂ ਸੀ। ਜਦ ਨੈਣ ਪ੍ਰਾਣ ਚੱਲਦੇ ਐ ਤਾਂ ਡੰਗੋਰੀ ਦੀ ਮੁਹਤਾਜੀ ਕਿਉਂ? ਇੱਧਰ ਆ ਕੇ ਗੁਰੂ ਨੇ 20 ਸਾਲ ਫਸਲ ਬੀਜੀ, ਵੱਡੀ, ਗਾਹੀ, ਵੇਚੀ। ਲਿਆਰੀਆਂ ਨਾਲ ਖੁਰਲੀਆਂ ਭਰ ਦਿੱਤੀਆਂ, ਅਨਾਜ ਨਾਲ ਭੜੋਲੇ ਤੂਸ ਦਿੱਤੇ। ਹੁਣ ਜਿਹੜਾ ਟੱਬਰ ਡਾਲਡਾ ਤੇ ਸਬਜ਼ੀ ਮੁੱਲ ਲੈ ਕੇ ਖਾਂਦਾ ਸੀ, ਉਹ ਮੱਤਾਂ ਦੇ ਰਿਹਾ ਸੀ। ਪੋਤੇ ਪੋਤੀਆਂ ਨੂੰ ਲੱਗਦਾ ਸਮਾਂ ਉੱਡ ਰਿਹਾ ਸੀ, ਦਾਦੀ ਰੀਂਗ ਰਹੀ ਸੀ। ਫਰਕ ਦਿਨ ਰਾਤ ਦਾ ਸੀ। ਪੁੱਤਾਂ ਲਈ ਇੱਕੋ ਰਾਹ ਸੀ, ਬੇਬੇ ਨੂੰ ਬੂਹੇ ਦੀ ਚੌਧਰ ਦਿਓ ਤੇ ਟੋਕਾ ਟਕਾਈ ਦਾ ਫਾਸਤਾ ਵੱਢੋ। ਗੁਰਾਂ ਦਈ ਭਾਂਪ ਗਈ। ਘਰ ਵਿੱਚ ਹੁਣ ਉਹਦੇ ਲਈ ਕੋਈ ਥਾਂ ਨਹੀਂ ਸੀ। ਉਹ ਨਾ ਰੋਈ, ਨਾ ਬਖੇੜਾ ਕੀਤਾ। ਬਸ ਇਸ ਅਹਿਸਾਸ ਨਾਲ ਉਹਨੇ ਸਾਰੀ ਸੱਤਿਆ ਦੇਹ ਵਿੱਚੋਂ ਰੱਤ ਮੁੱਕਣ ਵਾਂਗ ਕਤਰਾ ਕਤਰਾ ਮੁੱਕਦੀ ਵੇਖੀ, ਮਹਿਸੂਸ ਕੀਤੀ ਅਤੇ ਕੁਝ ਦਿਨਾਂ ਵਿੱਚ ਹੀ ਕਈ ਵਰ੍ਹਿਆਂ ਦੀ ਔਧ ਹੰਢਾ ਕੇ ਬਿਰਧ ਹੋ ਗਈ। ਕਈ ਦਿਨ ਮੰਜੇ ਤੋਂ ਨਾ ਉੱਠੀ, ਮੋਇਆ ਹਾਰ ਪਈ ਰਹੀ। ਸਵੇਰੇ ਸ਼ਾਮ ਮੰਜੇ ਤੇ ਹੀ ਰੋਟੀ ਪਾਣੀ ਮਿਲਣ ਲੱਗਾ। ਜੀਆਂ ਨਾਲ ਗੱਲ ਕਰਨ ਤੋਂ ਵੀ ਤਰਸ ਗਈ ਤਾਂ ਉਸ ਮੰਨ ਹੀ ਲਿਆ ਕਿ ਮੌਤ ਉਸ ਤੋਂ ਬਹੁਤੀ ਦੂਰ ਨਹੀਂ ਸੀ। ਫਿਰ ਵੀ ਉਹ ਹੌਸਲੇ ਵਿੱਚ ਸੀ। ਡਿਉੜੀ ਵਿੱਚ ਮੰਜੇ ਤੇ ਪਈ ਹਰ ਅੰਦਰ ਬਾਹਰ ਵੜਦੇ ਲਈ ਅਸੀਸਾਂ ਦੀ ਝੜੀ ਲਾਈ ਰੱਖਦੀ। ਹਨੇਰ ਸਵੇਰ ਟੱਬਰ ਲਈ ਸੁਖਣਾ ਸੁਖਦੀ, ਕੀੜੀਆਂ ਦੀਆਂ ਖੁੱਡਾਂ ਤੇ ਆਟਾ ਧੂੜਦੀ, ਕੀੜੀਆਂ ਨਾਲ ਹੀ ਗੱਲਾਂ ਕਰੀ ਜਾਂਦੀ। ਫਿਰ ਵੀ ਉਹ ਹੌਸਲੇ ਵਿੱਚ ਸੀ। ਡਿਉੜੀ ਵਿੱਚ ਮੰਜੇ ਤੇ ਪਈ ਹਰ ਅੰਦਰ ਬਾਹਰ ਵੜਦੇ ਲਈ ਅਸੀਸਾਂ ਦੀ ਝੜੀ ਲਾਈ ਰੱਖਦੀ। ਹਨੇਰ ਸਵੇਰ ਟੱਬਰ ਲਈ ਸੁਖਣਾ ਸੁਖਦੀ, ਕੀੜੀਆਂ ਦੀਆਂ ਖੁੱਡਾਂ ਤੇ ਆਟਾ ਧੂੜਦੀ, ਕੀੜੀਆਂ ਨਾਲ ਹੀ ਗੱਲਾਂ ਕਰੀ ਜਾਂਦੀ। ਜਾਂ ਅਸਮਾਨ ਵੱਲ ਹੱਥ ਫੈਲਾ ਕੇ ਪਤਾ ਨਹੀਂ ਕੀ ਕੀ ਮੰਗਦੀ ਰਹਿੰਦੀ। ਪੋਤੇ ਪੋਤੀਆਂ ਟਿਚਰਾਂ ਕਰਦੇ। ਦਾਦੀ ਦੀਆਂ ਸਿੱਧੀਆਂ ਗੱਲਾਂ ਰੱਬ ਨਾਲ। ਨੀਤੂ ਆਖਦੀ, ਮੈਂ ਤਾਂ ਇੰਗਲੈਂਡ ਦਾ ਵੀਜ਼ਾ ਲਵਾਉਂ ਰੱਬ ਤੋਂ, ਦਾਦੀ ਦੀ ਸਿਫਾਰਿਸ਼ ਨਾਲ। ਰਿੰਪੀ ਆਖਦੀ। ਸੁੱਚਾ ਤੇ ਨੰਜਾ ਵੱਖ ਬੇਬੇ ਨੂੰ ਹਟਕਦੇ। ਬੇਬੇ ਰੰਗ ਤਾਂ ਲੱਗ ਪਏ ਐ, ਹੋਰ ਕੀ ਚਾਹੀਦਾ ਜਿਹੜਾ ਆਟਾ ਡੋਲਦੀ ਫਿਰਦੀਆਂ ਖੁੱਡਾਂ ਤੇ। ਗੁਰੂ ਨਾ ਹਟਣਾ ਸੀ, ਨਾ ਹਟੀ। ਇੱਕ ਦਿਨ ਟਿੱਬੀ ਤੋਂ ਥਿੜਕ ਕੰਗਰੋੜ ਦੇ ਮਣਕੇ ਹਿਲਾ ਕੇ ਮਹੀਨਿਆਂ ਲਈ ਤਖਤਪੋਸ਼ ਤੇ ਆ ਪਈ। ਜਿਹਦਾ ਡਰ ਸੀ ਉਹ ਹੋਇਆ। ਗਿੱਲਾ ਪੀਣ ਪੈ ਗਿਆ। ਬੜੇ ਇਲਾਜ ਕਰਾਏ, ਕਦੇ ਹੇਠਲਾ ਹਿੱਸਾ ਸੁੰਨ, ਕਦੇ ਉਤਲਾ, ਕਦੇ ਗੁੰਮ ਹੋ ਜਾਂਦੀ, ਕਦੇ ਉੱਠ ਕੇ ਬੈਠ ਜਾਂਦੀ, ਕਦੀ ਮੱਖੀ ਦੀ ਕਾਣਤ ਮੰਨਦੀ, ਕਦੇ ਪਿਸ਼ਾਬ ਨਾਲ ਬਿਸਤਰ ਭਿੱਜ ਜਾਂਦਾ।
ਇੱਕ ਦਿਨ ਤਪੀ ਹੋਈ ਨੀਤੂ ਆਈ। ਦਾਦੀ ਆਪਣੇ ਰੱਬ ਨੂੰ ਕਹਿ ਲੈ ਕੇ ਤੁਰਦਾ ਹੋਵੇ, ਤੇਰੇ ਲਈ ਨਹੀਂ ਰਿਹਾ ਕੋਈ ਨਰਕ ਸਵਰਗ। ਨੀਤੂ ਇੱਕ ਤਰ੍ਹਾਂ ਚੀਕੀ ਸੀ। ਗੁਰੂ ਅੱਖਾਂ ਤਾਂ ਪੱਟੀਆਂ, ਬੁੱਲ ਵੀ ਹਿੱਲੇ, ਪਰ ਕੁਝ ਕਹਿ ਨਾ ਸਕੀ। ਉਸੇ ਤਰਕਾਲ ਗੁਰੂ ਦੀਆਂ ਅੱਖਾਂ ਤਾੜੇ ਲੱਗ ਗਈਆਂ। ਟੱਬਰ ਦੀ ਭੁੱਬ ਨਿਕਲ ਗਈ। ਸ਼ਰਮ ਨਾ ਆਈ ਇਤਨੀ ਗੱਲ ਆਖਦੇ? ਮਾਂ ਕਲਪੀ। ਮੇਰੇ ਕਹੇ ਮਰ ਤਾਂ ਨਹੀਂ ਗਈ, ਬਹੁਤਾ ਹੇਜ ਹੈ ਤਾਂ ਮੰਮੀ ਬਣਾ ਕੇ ਰੱਖ ਲਿਓ ਘਰੇ। ਨੀਤੂ ਦਾ ਸਬਰ ਟੁੱਟ ਗਿਆ। ਅਸਲ 'ਚ ਗੁਰੂ ਦੇ ਸਾਹਾਂ 'ਚ ਨੀਤੂ ਦੇ ਵਿਆਹ ਦਾ ਸਾਹਾ ਅਟਕਿਆ ਪਿਆ ਸੀ। ਇੱਕ ਦਿਨ ਗੁੱਲੂ ਕਿਹਾ, ਮੈਂ ਤਾਂ ਕਹਿਣਾ ਹਸਪਤਾਲ ਦਾਖਲ ਕਰਾਓ ਪਰਾਂ, ਨਾਲੇ ਲੋਕ ਨਹੀਂ ਕਹਿਣਗੇ ਦਵਾਈ ਖੁਣੋਂ ਮਾਰਤੀ ਬੁੜੀ। ਸੁੱਚਾ ਤੇ ਨੰਜਾ ਹਸਪਤਾਲ ਲਈ ਤਾਂ ਰਾਜ਼ੀ ਨਾ ਹੋਏ, ਅਵੇਸਲੇ ਜ਼ਰੂਰ ਹੋ ਗਏ। ਅਵੇਸਲੇ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਪਿਛਲੇ ਦਿਨਾਂ ਵਿੱਚ ਜਿਤਨੀ ਵੇਰੀ ਬੇਬੇ ਹੋਸ਼ ਵਿੱਚ ਆਈ, ਨਾ ਉਸ ਹਾਲ ਪਾਰਿਆ ਕੀਤੀ, ਨਾ ਕੁਝ ਮੰਗਿਆ। ਬਸ ਅਪਲਕ ਦੇਖਦੀ ਰਹਿੰਦੀ, ਅੱਖਾਂ ਵਿੱਚ ਅੱਥਰੂ ਭਰਦੀ, ਬੁੱਲਾਂ ਵਿੱਚ ਬੁਦਬੁਦਾਉਂਦੀ ਅਤੇ ਇਸ ਤਰ੍ਹਾਂ ਮੱਥਾ ਤਣਦੀ ਜਿਵੇਂ ਕਿਸੇ ਅਕਹਿ ਪੀੜ ਵਿੱਚੋਂ ਲੰਘ ਰਹੀ ਹੋਵੇ। ਹੁਣ ਅਜਿਹੀ ਗੱਲ ਦਾ ਕੋਈ ਕੀ ਫਿਕਰ ਕਰੇ? ਵੱਧ ਤੋਂ ਵੱਧ ਬੁੱਲ ਫਰਕਦੇ, ਅੱਖਾਂ 'ਚੋਂ ਪਾਣੀ ਸਿੰਮਦਾ, ਅਪਲਕ ਦੇਖੀ ਜਾਣਾ, ਭਾਵਹੀਣ, ਨਿਰਛਲ, ਨਿਰਵਿਕਾਰ। ਇਸ ਲਈ ਕਈ ਦਿਨਾਂ ਤੋਂ ਟੱਬਰ ਬੇਫਿਕਰ ਸੌਂ ਰਿਹਾ ਸੀ। ਕੋਈ ਪਹਿਲਾਂ ਉੱਠਣ ਵਾਲਾ ਨਬਜ਼ ਟੋਂਦਾ, ਨੱਕ ਦੇ ਸਵਰ ਤੋਂ ਤਸੱਲੀ ਕਰਦਾ, ਹੈਗੀ ਐ ਕਹਿ ਕੇ ਕੰਮ ਲੱਗ ਜਾਂਦਾ। ਅਚਾਨਕ ਗਜ਼ਬ ਹੋ ਗਿਆ। ਇੱਕ ਸਵੇਰ ਗੁਰੂ ਦੇਖਦੇ ਚੀਕ ਮਾਰੀ। ਬੇਬੇ ਮੰਜੇ ਤੋਂ ਡਿੱਗ ਪਈ ਸੀ। ਖੇਲ ਖਤਮ। ਅੱਖ ਦੇ ਫੋਰ 'ਚ ਟੱਬਰ ਉੱਠ ਖੜਿਆ। ਨੂੰਹਾਂ ਰੋਣ ਲੱਗੀਆਂ ਤਾਂ ਸੁੱਚੇ ਹਟਕਿਆ। ਰੁਕੋ, ਪਹਿਲਾਂ ਟਾਈਮ ਦੇਖੋ ਕੀ ਹੈ। 4 ਕਿਸੇ ਕਿਹਾ। ਪਹਿਲਾਂ ਬਿਸਤਰ ਬਦਲੋ ਛੇਤੀ, ਨਾਲ ਬੇਬੇ ਦੇ ਕੱਪੜੇ ਵੀ। ਉਸ ਪਤਨੀ ਨੂੰ ਕਿਹਾ, ਰਾਜਵੰਤ ਨੂੰ ਬੇਬੇ ਕੋਲ ਬਿਠਾ, ਕੁੜੀਆਂ ਨੂੰ ਚਾਹ ਪਾਣੀ ਪਿਆ ਤੇ ਬਿਸਤਰੇ ਚੁੱਕ ਸਾਰੇ। ਤੁਸੀਂ ਚੱਲੋ ਮੇਰੇ ਨਾਲ। ਉਹਨੇ ਨੰਜੇ, ਗੁੱਲੂ ਤੇ ਬੱਬੂ ਨੂੰ ਕਿਹਾ। ਉਹ ਸੁਫੇ 'ਚ ਆ ਗਏ। ਤੂੰ ਮੰਡੀ ਨੂੰ ਕਰ ਖਿੱਟ, ਲੱਕੜ ਬਾਲਣ ਦਾ ਕਰ ਇੰਤਜ਼ਾਮ। ਉਸ ਨੰਜੇ ਨੂੰ ਕਿਹਾ, ਤੂੰ ਸਮੱਗਰੀ ਲਿਖ ਸਾਰੀ, ਖੱਫਣ, ਚੰਦਨ, ਘਿਓ, ਬਾਕੀ ਨਿੱਕ ਸੁੱਖ। ਅਚਾਨਕ ਚਿੰਤ ਕੌਰ ਆ ਖੜੀ। ਕੌਣ ਜਾਊ ਮੰਡੀ? ਕਿਉਂ? ਬੇਬੇ ਲਈ ਚੁੰਨੀ ਚਾਹੀਦੀ ਹੈ ਚਿੱਟੀ ਵਧੀਆ, ਇੱਕ ਮੇਰੇ ਲਈ ਵੀ। ਦੇਖੋ ਇਹਦੀ ਅਕਲ, ਪਹਿਲਾਂ ਤੈਨੂੰ ਹੀ ਨਾ ਫੂਕ ਲਈਏ। ਖੱਫਣ ਨਾਲ ਘਰ ਦਾ ਕੱਪੜਾ ਵੀ ਖਰੀਦੇਂਗੀ? ਮੇਰੇ ਕੋਲ ਹੈ ਨਹੀਂ ਕੋਈ ਚੱਜ ਦੀ। ਉਹ ਜਾ ਤੂੰ ਕੰਮ ਕਰ ਮੂਰਖ ਕਿਸੇ ਥਾਂ ਦੀ। ਹਾਂ ਤਾਂ ਬੱਬੂ, ਤੂੰ ਜਾ ਪੁੱਤ ਆਪਣੇ ਗੁੱਲੂ ਦੇ ਨਾਨਕੇ। ਬਾਅਦ ਦੁਪਹਿਰ ਦਾ ਕਹਿ ਸੰਸਕਾਰ ਦਾ। ਗੁੱਲੂ ਤੂੰ ਸਮਾਨ ਲਿਖ। ਦੱਸੋ ਤੁਸੀਂ ਲਿਖਣ ਨੂੰ ਕੀ ਹੈ? ਭਾਈ ਨੂੰ ਅਰਦਾਸ ਲਈ ਕਹਿਣਾ। ਪਾਣੀ ਦਾ ਟੱਬ ਵਿਹੜੇ ਵਿੱਚ ਤੇ 20 ਕਿਲੋ ਦੁੱਧ ਡੇਅਰੀ ਤੋਂ। ਧੀਰੂ ਨੂੰ ਕਹਿਣਾ ਚਾਹ ਬਣਦੀ ਰਹੇ। ਨੰਜਾ ਸਿਆਂ ਇੱਕ ਗੱਲ ਤਾਂ ਭੁੱਲ ਹੀ ਗਿਆ। ਬਬਾਣ ਸਜਾਉਣ ਲਈ ਕਾਗਤੀ ਫੁੱਲ, ਲੜੀਆਂ, ਪੁਕਾਨੇ, ਪਤਾਸੇ, ਮੂੰਗਫਲੀਆਂ ਸਿਵਿਆਂ 'ਚ ਵੰਡਣ ਲਈ। ਪੈਸੇ ਬਦਾਮ ਛੁਹਾਰੇ ਨਹੀਂ ਸਿੱਟੋਗੇ ਬਬਾਣ ਤੋਂ? ਬੱਬੂ ਯਾਦ ਕਰਵਾਇਆ। ਉਹ ਹਾਂ, ਇਹ ਤਾਂ ਭੁੱਲ ਹੀ ਗਏ। ਹੋਰ ਕਰੋ ਯਾਦ। ਦੇਖਿਆ ਨਹੀਂ ਸੀ ਦੁਆਬੀਆਂ ਕੀ ਬੁੜੀ ਵੇਲੇ ਕੀ ਜਲੂਸ ਨਿਕਲਿਆ। ਚਿੰਤ ਕੌਰ ਫਿਰ ਆ ਖੜੀ। ਨੀਤੂ ਕੇ ਸਹੁਰਿਆਂ ਨੂੰ ਸੱਦਣਾ? ਦੇਖੋ ਇਸ ਤੀਵੀਂ ਦੀ ਮੱਤ। ਕੱਚੇ ਕੁਆਰੇ ਸਾਕਾਂ ਨੂੰ ਮਰਗਤ ਤੇ ਸੱਦੇਂਗੀ। ਮੈਂ ਕਿਹਾ ਬੇਬੇ ਨੂੰ ਚਾਅ ਬੜਾ ਸੀ ਨੀਤੂ ਦੇ ਵਿਆਹ ਦਾ। ਚਿੰਤ ਕੌਰ ਅੱਖਾਂ ਭਰ ਆਈ। ਫੁੱਲਾਂ ਦਾ ਵੀ ਹੁਣੇ ਸੋਚ ਲਓ। ਨੰਜਾ ਆਖ ਰਿਹਾ ਸੀ। ਅੱਜ ਫੂਕਾਂਗੇ ਤਾਂ ਕੱਲ੍ਹ ਹੀ ਚੁਗਾਂਗੇ। ਹਾਂ, ਇੱਕ ਗੱਲ, ਆਪਣੇ ਲਾਗੀ ਨੂੰ ਕਿਉਂ ਸੰਸਕਾਰ ਵੇਲੇ ਨੇੜੇ ਰਹੇ। ਲੋਈਆਂ ਦੁਸ਼ਾਲੇ ਉਹਨੂੰ ਚੁਕਾਓ ਗਰੀਬ ਨੂੰ। ਮੂੰਗਫਲੀ ਪਤਾਸੇ ਲਿਫਾਫਿਆਂ ਵਿੱਚ ਦਈਏ ਕਿ ਖੁੱਲੇ? ਖੁੱਲੇ ਦਿਓ, ਬੁੱਕ ਬੁੱਕ। ਮੂੰਗਫਲੀਆਂ 'ਚ ਪਤਾਸੇ ਪਾਈਏ ਕਿ ਬਦਾਨਾ? ਬੱਬੂ ਕਿਹਾ। ਨਾ ਨਾ, ਬਦਾਨਾ ਤਾਂ ਦਿਸਣਾ ਨਹੀਂ। ਦੇਖੋ ਮੈਂ ਬੈਠਦਾ ਬੇਬੇ ਕੋਲ। ਗੁੱਲੂ ਲਿਆਊ ਦਰੀਆਂ ਗੁਰਦੁਆਰਿਓਂ। ਸਭ ਨੂੰ ਤੋਰ ਕੇ ਸੁੱਚਾ ਸਿਉਂ ਇੱਕ ਵੇਰ ਘਰ ਵਿੱਚ ਫਿਰ ਕੇ ਚੁਫੇਰੇ ਤਰਦੀ ਜਹੀ ਨਿਗਾਹ ਮਾਰੀ। ਸਭ ਕੁਝ ਥਾਂ ਸਿਰ ਸੀ। ਹਨੇਰੇ ਵਿੱਚ ਚਾਨਣ ਦੀਆਂ ਪਰਤਾਂ ਘੁਲ ਰਹੀਆਂ ਸਨ। ਰਾਜਵੰਤ ਉਵੇਂ
ਬੇਬੇ ਦੀ ਪੁਆਂਦੀ ਉਂਦੀ ਪਾਈ ਬੈਠੀ ਸੀ, ਸੋਚ ਰਹੀ ਸੀ। ਸੱਸ ਨੇ ਧੀਆਂ ਤੋਂ ਵੱਧ ਰੱਖਿਆ, ਅੱਜ ਸਾਥ ਛੱਡ ਗਈ। ਸੁੱਚੇ ਕੁੜੀਆਂ ਨੂੰ ਬਾਹਰ ਬੈਠਕ 'ਚ ਜਾਣ ਨੂੰ ਕਿਹਾ। ਰਾਜਵੰਤ ਨੂੰ ਵੀ ਕਿਹਾ ਉਹ ਜਾਵੇ ਅਤੇ ਪੁੰਜੇ ਵਿਛਾਉਣ ਲਈ ਕੁਝ ਲਿਆਵੇ। ਆਪ ਬੇਬੇ ਦੀ ਪੁਆਂਦੀ ਬੈਠ ਗਿਆ। ਬੇਬੇ ਨਾਲ ਅੱਧੀ ਸਦੀ ਦਾ ਸਾਥ ਸੀ। ਮਨ ਅੰਦਰ ਖੋ ਪਈ। ਇੱਕ ਦੁੱਖ ਹੋਇਆ, ਪੋਤੇ ਪੋਤੀਆਂ ਨੂੰ ਬੇਬੇ ਰਾਸ ਕਿਉਂ ਨਾ ਆਈ। ਦਿਲ ਕੀਤਾ ਜਾਂਦੀ ਵਾਰ ਮਾਂ ਦਾ ਮੂੰਹ ਦੇਖ ਲਵੇ। ਜਿਵੇਂ ਹੀ ਉਹ ਉੱਠਿਆ, ਡਾਢ ਮਾਰ ਕੇ ਡਿੱਗਦਾ ਡਿੱਗਦਾ ਬਚਿਆ। ਵਿਹੜੇ 'ਚ ਖੜ ਕੇ ਉੱਚੀ ਪੁੱਛਿਆ, ਬੇਬੇ ਦਾ ਪਾਸਾ ਕਿਸ ਪਰਤਿਆ? ਕਿਸੇ ਨਹੀਂ। ਸਭ ਅਵਾਕ ਖੜੇ ਸਨ। ਰੋਕੋ ਸਭ ਨੂੰ। ਉਹ ਹਨੇਰੀ ਵਾਂਗ ਅੰਦਰ ਗਿਆ ਤੇ ਬੇਬੇ ਨੂੰ ਝੰਜੋੜਿਆ। ਬੇਬੇ, ਬੇਬੇ। ਕੋਈ ਹਰਕਤ ਨਹੀਂ। ਹੱਥ ਫੜਿਆ, ਸੀਤ ਸੀ। ਨੱਕ ਅੱਗੇ ਹੱਥ ਕੀਤਾ, ਕੋਈ ਸਾਹ ਨਹੀਂ ਸੀ। ਫੜਿਆ ਹੱਥ ਛੱਡਣ ਹੀ ਲੱਗਾ ਸੀ ਕਿ ਅਚਾਨਕ ਫੜੇ ਹੱਥ ਵਿੱਚ ਥਰਥਰਾਹਟ ਹੋਈ। ਸੁੱਚਾ ਕੰਬਿਆ। ਬੇਬੇ, ਬੇਬੇ। ਲੱਗਦਾ ਉਹ ਖੁਦ ਮਰ ਰਿਹਾ ਸੀ। ਉਹ ਫੇਰ ਬੇਬੇ ਦੇ ਚਿਹਰੇ ਨਾਲ ਨਿਵਿਆ, ਉਡੀਕਿਆ। ਬਹੁਤ ਦੇਰ ਬਾਅਦ ਬੇਬੇ ਦੇ ਕੋਹਿਆਂ ਤੋਂ ਪਲਕਾਂ ਸਰਕੀਆਂ, ਬੁੱਲ ਕੰਬੇ, ਹੱਥ ਵਿੱਚੋਂ ਕੰਬਣੀ ਲੰਘੀ। ਸੁੱਚੇ ਦੀ ਭੁੱਬ ਨਿਕਲ ਗਈ। ਇਕਾਇਕ ਸਾਰੇ ਟੱਬਰ ਦਾ ਹੀ ਅੜਾਟ ਉੱਚਾ ਹੋ ਗਿਆ। ਟੱਬਰ ਭੁੱਲ ਹੀ ਗਿਆ। ਲੋਕ ਮੌਤ ਤੇ ਰੋਂਦੇ ਸਨ। ਉਹ ਮਾਂ ਦੇ ਜਿਉਂਦੇ ਹੋਣ ਤੇ ਰੋ ਰਹੇ ਸਨ।